ਹੁਣ ਕੀ ਕਰੇਗਾ ਚੰਦਰਯਾਨ 3? ਕਿੰਜ ਤੇ ਕਿਸ ਤਰ੍ਹਾਂ ਦੀ ਹੋਵੇਗੀ ਖੋਜ? ਦੁਨੀਆ ਨੂੰ ਕਿਵੇਂ ਤੇ ਕੀ ਮਿਲੇਗਾ ਫਾਇਦਾ? ਜਾਣੋ ਚੰਦਰਯਾਨ 3 ਦੇ ਨਾਲ ਜੁੜੀਆਂ ਅਹਿਮ ਗੱਲਾਂ। ਚੰਦਰਯਾਨ 3 ਨੇ 14 ਜੁਲਾਈ ਨੂੰ ਧਰਤੀ ਤੋਂ ਪੁਲਾੜ ਤੱਕ ਸ਼ੁਰੂ ਕੀਤੀ ਆਪਣੀ 40 ਦਿਨਾਂ ਦੀ ਇਤਿਹਾਸਿਕ ਲੰਬੀ ਯਾਤਰਾ ਨੂੰ 23 ਅਗਸਤ ਨੂੰ ਚੰਦਰਮਾ ਤੱਕ ਪਹੁੰਚ ਕੇ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਚੰਦਰਯਾਨ 2 ਮਿਸ਼ਨ ਅਸਫਲ ਰਿਹਾ ਸੀ, ਪਰ ਇਸਰੋ ਨੇ ਆਪਣੀ ਅਸਫਲਤਾ ਤੋਂ ਕਈ ਸਬਕ ਸਿੱਖੇ ਤੇ ਕਈ ਸੋਧਾਂ ਨੂੰ ਸ਼ਾਮਲ ਕਰ ਨਵੀਨਤਾਵਾਂ ਪੇਸ਼ ਕੀਤੀਆਂ, ਜਿਸ ਦਾ ਨਤੀਜਾ ਇਹ ਰਿਹਾ ਕਿ ਹੁਣ ਚੰਦਰਯਾਨ 3 ਦੀ ਸਫਲ ਲੈਂਡਿੰਗ ਹੋ ਚੁੱਕੀ ਹੈ। ਹੁਣ ਚੰਦਰਯਾਨ 3 ਦੀ ਲੈਂਡਿੰਗ ਤੋਂ ਬਾਅਦ ਵੀ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਤੇ ਟਿਕੀਆਂ ਹੋਈਆਂ ਨੇ, ਕਿਉਂਕਿ ਅਜੇ ਵੀ ਕਈ ਸਵਾਲ ਨੇ, ਜਿਵੇਂ ਕਿ ਚੰਦਰਯਾਨ 3 ਦੀ ਲੈਂਡਿੰਗ ਤੋਂ ਬਾਅਦ ਅੱਗੇ ਕੀ ਹੋਵੇਗਾ, ਕਿਸ ਤਰ੍ਹਾਂ ਦੀ ਖੋਜ ਕਰੇਗਾ, ਦੁਨੀਆ ਨੂੰ ਕੀ ਫਾਇਦਾ ਹੋਵੇਗਾ। ਅਜਿਹੇ ਕਈ ਸਵਾਲ ਨੇ ਜਿਨ੍ਹਾਂ ਦਾ ਅਸੀਂ ਅੱਜ ਤੁਹਾਨੂੰ ਆਸਾਨ ਸ਼ਬਦਾਂ ਵਿੱਚ ਜਵਾਬ ਦੱਸਣ ਜਾ ਰਹੇ ਹਾਂ। ਸਭ ਤੋਂ ਪਹਿਲੇ ਤਾਂ ਇਹ ਜਾਣ ਲਓ ਕਿ ਇਸ ਮਿਸ਼ਨ ਦੇ ਵਿੱਚ 7 ਵਿਗਿਆਨਿਕ ਯੰਤਰ ਫਿੱਟ ਕੀਤੇ ਗਏ ਨੇ, ਜਿਸ ਵਿੱਚ ਪ੍ਰੋਪਲਸ਼ਨ, ਲੈਂਡਰ ਤੇ ਰੋਵਰ ਅਹਿਮ ਮੋਡਿਊਲ ਨੇ ਜੋ ਇਸ ਪੂਰੇ ਅਧਿਐਨ ਦੇ ਕਰਤਾ ਧਰਤਾ ਰਹਿਣਗੇ। ਸੋ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਲੈਂਡਰ ਦੀ ਕਿ ਚੰਦਰਮਾ ਤੇ ਪਹੁੰਚ ਕੇ ਇਹ ਲੈਂਡਰ ਕੀ ਕਰੇਗਾ। ਚੰਦਰਮਾ ਦੀ ਸਤਹ ਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਵਿਕਰਮ ਲੈਂਡਰ ਕੁਝ ਸਮੇਂ ਦੇ ਲਈ ਆਰਾਮ ਕਰੇਗਾ, ਯਾਨੀ ਕਿ ਇਹ ਕੁਝ ਘੰਟਿਆਂ ਤੱਕ ਅਕਿਰਿਆਸ਼ੀਲ ਹੀ ਰਹੇਗਾ। ਇਸ ਦਾ ਕਾਰਨ ਇਹ ਹੈ ਕਿ ਚੰਦਰਯਾਨ 3 ਤੇ ਲੈਂਡਿੰਗ ਦੇ ਐਕਸ਼ਨ ਦੇ ਨਾਲ ਜੋ ਧੂੜ ਪੈਦਾ ਹੋਈ, ਉਸ ਦੇ ਨਾਲ ਵਿਕਰਮ ਲੈਂਡਰ ਕੰਮ ਨਹੀਂ ਕਰ ਸਕੇਗਾ। ਸੋ ਜਦੋਂ ਤੱਕ ਇਹ ਧੂੜ ਪੂਰੀ ਤਰ੍ਹਾਂ ਬੈਠ ਨਹੀਂ ਜਾਂਦੀ, ਲੈਂਡਰ ਉਦੋਂ ਤੱਕ ਅਕਿਰਿਆਸ਼ੀਲ ਹੀ ਰਹੇਗਾ ਤੇ ਜਦੋਂ ਧੂੜ ਬੈਠ ਗਈ ਤਾਂ ਫਿਰ ਇੱਕ ਬੱਚੇ ਵਾਂਗ ਰੋਵਰ ਨੂੰ ਸੁਰੱਖਿਅਤ ਹੀ ਆਪਣੇ ਪੇਟ ਦੇ ਵਿੱਚੋਂ ਬਾਹਰ ਕੱਢ ਦੇਗਾ। ਰੋਵਰ ਜੋ ਕਿ ਇੱਕ ਹੋਰ ਮੋਡਿਊਲ ਹੈ, ਆਪਣੇ ਸਾਈਡ ਪੈਨਲ ਦੀ ਵਰਤੋਂ ਕਰਕੇ ਰੈਂਪ ਦੇ ਰੂਪ ਦੇ ਵਿੱਚ ਚੰਦਰਮਾ ਦੀ ਸਤਹ ਤੇ ਉਤਰੇਗਾ। ਹੁਣ ਰੋਵਰ ਬਾਹਰ ਆ ਗਿਆ ਹੈ, ਇਸਨੇ ਕੰਮ ਕੀਤਾ ਜਾਂ ਨਹੀਂ, ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਸ ਦਾ ਪਤਾ ਕਿੱਦਾਂ ਲੱਗੇਗਾ। ਸੋ ਇਸ ਦੀ ਪੁਸ਼ਟੀ ਕਰਨ ਦੇ ਲਈ ਵੀ ਇਸਰੋ ਦੇ ਵੱਲੋਂ ਕੁਝ ਪ੍ਰਕਿਰਿਆਵਾਂ ਅਪਣਾਈਆਂ ਜਾਣਗੀਆਂ, ਜਿਸ ਦੇ ਲਈ ਉਹਨਾਂ ਨੇ ਲੈਂਡਰ ਤੇ ਰੋਵਰ ਨੂੰ ਮਦਰ ਕ੍ਰਾਫਟ ਤੇ ਬੇਬੀ ਕ੍ਰਾਫਟ ਦਾ ਨਾਮ ਵੀ ਦਿੱਤਾ ਹੈ, ਤਾਂ ਜੋ ਆਸਾਨ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਜਾ ਸਕੇ। ਹੁਣ ਇੱਕ ਵਾਰ ਜਦੋਂ ਰੋਵਰ ਯਾਨੀ ਕਿ ਬੇਬੀ ਕ੍ਰਾਫਟ ਲੈਂਡਰ ਮਦਰ ਕ੍ਰਾਫਟ ਦੇ ਪੇਟ ਚੋਂ ਬਾਹਰ ਆ ਜਾਏਗਾ ਤੇ ਇੱਕ ਦੂਜੇ ਦੀਆਂ ਤਸਵੀਰਾਂ ਲੈਣਗੇ ਅਤੇ ਫਿਰ ਧਰਤੀ ਤੇ ਭੇਜਣਗੇ, ਜਿਸ ਤੋਂ ਇਹ ਪਤਾ ਲੱਗ ਸਕੇਗਾ ਦੋਨੋਂ ਸਹੀ ਸਲਾਮਤ ਨੇ ਤੇ ਕੰਮ ਵੀ ਕਰ ਰਹੇ ਨੇ। ਹਾਲਾਂਕਿ ਇਹਨਾਂ ਤਸਵੀਰਾਂ ਦਾ ਪੂਰੀ ਦੁਨੀਆ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਦੇਖਿਆ ਜਾਏ ਤਾਂ ਇਸਰੋ ਦੇ 3 ਹੀ ਉਦੇਸ਼ ਨੇ, ਜਿਨ੍ਹਾਂ ਦੇ ਵਿੱਚੋਂ ਚੰਦਰਯਾਨ 3 ਦੀ ਸਫਲ ਲੈਂਡਿੰਗ ਦਾ ਉਹਦਾ ਪਹਿਲਾ ਉਦੇਸ਼ ਪੂਰਾ ਹੋ ਚੁੱਕਿਆ ਹੈ ਤੇ ਦੂਜਾ ਉਦੇਸ਼ ਰੋਵਰ ਦੇ ਬਾਹਰ ਆਉਣ ਦੇ ਨਾਲ ਪੂਰਾ ਹੋਏਗਾ। ਹੁਣ ਇੱਕ ਵਾਰ ਜਦੋਂ ਰੋਵਰ ਨੂੰ ਅਹਿਸਾਸ ਹੋਵੇਗਾ ਕਿ ਉਹ ਬਾਹਰ ਆ ਗਿਆ ਹੈ ਤਾਂ ਉਹ ਸਤਹ ਦੇ ਜਿਹੜੇ ਵੀ ਹਿੱਸੇ ਵਿੱਚ ਹੋਏਗਾ ਉਹਦੇ ਚਾਰੇ ਪਾਸੇ ਚੱਕਰ ਲਗਾਏਗਾ। ਇੱਕ ਵਾਰ ਜਦੋਂ ਇਹ ਸਾਰੀ ਕਾਰਵਾਈ ਸਫਲਤਾਪੂਰਵਕ ਹੋ ਗਈ ਤਾਂ ਲੈਂਡਰ ਅਤੇ ਰੋਵਰ ਦੋਵੇਂ ਚੰਦਰਮਾ ਦੀ ਸਤਹ ਤੇ ਆਪਣਾ ਅਧਿਐਨ ਕਰਨਾ ਸ਼ੁਰੂ ਕਰ ਦੇਣਗੇ, ਜੋ ਕਿ ਇਸਰੋ ਦਾ ਤੀਜਾ ਤੇ ਮੁੱਖ ਉਦੇਸ਼ ਹੈ। ਹੁਣ ਸਵਾਲ ਇਹ ਹੈ ਕਿ ਚੰਦਰਯਾਨ 3 ਚੰਦਰਮਾ ਤੇ ਕਿਸ ਤਰ੍ਹਾਂ ਦੀ ਖੋਜ ਕਰੇਗਾ। ਜਿਹੜਾ ਲੈਂਡਰ ਹੈ ਉਹ ਕਦੋਂ ਆਪਣਾ ਕੰਮ ਸ਼ੁਰੂ ਕਰੇਗਾ। ਦਰਅਸਲ ਲੈਂਡਰ ਨੂੰ ਦੱਖਣੀ ਧਰੁਵ ਤੇ ਉਤਰਨ ਲਈ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਇਸੇ ਹਿੱਸੇ ਵਿੱਚ ਹੀ ਆਪਣੀਆਂ ਖੋਜ ਗਤੀਵਿਧੀਆਂ ਨੂੰ ਸ਼ੁਰੂ ਕਰ ਸਕੇਗਾ। ਹੁਣ ਵਿਗਿਆਨਿਕ ਯੰਤਰ ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ ਮੋਡਿਊਲ ਤੋਂ ਇਲਾਵਾ ਇੱਕ ਹੋਰ ਵੀ ਹੈ ਜਿਸ ਦੀ ਇੱਥੇ ਅਹਿਮ ਭੂਮਿਕਾ ਰਹੇਗੀ ਤੇ ਉਹ ਹੈ ਆਰਬਿਟ। ਲੈਂਡਰ ਤੇ ਰੋਵਰ ਦਾ ਕੰਮ ਸਿਰਫ ਡੇਟਾ ਇਕੱਠਾ ਕਰਨਾ ਹੈ, ਤਸਵੀਰਾਂ ਲੈਣਾ ਹੈ, ਪਰ ਉਹਨਾਂ ਨੂੰ ਧਰਤੀ ਤੇ ਭੇਜਣ ਦਾ ਕੰਮ ਆਰਬਿਟ ਕਰੇਗਾ। ਅਸਲ ਦੇ ਵਿੱਚ ਲੈਂਡਰ ਤੇ ਰੋਵਰ ਖੋਜ ਪ੍ਰਕਿਰਿਆਵਾਂ ਦਾ ਕੰਮ ਕਰਨਗੇ ਤਾਂ ਡੇਟਾ ਨੂੰ ਭੇਜਣ ਦੇ ਵਿੱਚ ਆਰਬਿਟ ਦੀ ਖਾਸ ਭੂਮਿਕਾ ਰਹੇਗੀ। ਰੋਵਰ ਦੇ ਵੱਲੋਂ ਆਪਣੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੇ ਡੇਟਾ ਲੈਂਡਰ ਨੂੰ ਭੇਜਿਆ ਜਾਏਗਾ, ਜੋ ਕਿ ਬਾਅਦ ਵਿੱਚ ਇਸ ਨੂੰ ਧਰਤੀ ਤੇ ਭੇਜੇਗਾ। ਸੋ ਜੇਕਰ ਲੈਂਡਰ ਤੋਂ ਡੇਟਾ ਤੇ ਤਸਵੀਰਾਂ ਨਾ ਮਿਲੀਆਂ ਤਾਂ ਫਿਰ ਕੀ ਹੋਏਗਾ? ਫਿਰ ਪ੍ਰਕਿਰਿਆ ਮੁਸ਼ਕਿਲ ਹੋ ਜਾਏਗੀ। ਇਸ ਦੇ ਹੱਲ ਲਈ ਵੀ ਹੁਣ ਆਰਬਿਟ ਨੂੰ ਇੱਥੇ ਫਿੱਟ ਕੀਤਾ ਗਿਆ ਹੈ। ਜੇਕਰ ਲੈਂਡਰ ਤੋਂ ਤਸਵੀਰਾਂ ਨਹੀਂ ਮਿਲਦੀਆਂ ਤਾਂ ਆਰਬਿਟ ਤੋਂ ਤਸਵੀਰਾਂ ਤੇ ਡੇਟਾ ਲਿਆ ਜਾ ਸਕੇਗਾ। ਦਰਅਸਲ ਖੋਜ ਡੇਟਾ ਨੂੰ ਚੁੰਬਕੀ ਯਾਨੀ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਵਿੱਚ ਬਦਲਿਆ ਜਾਏਗਾ ਤੇ ਫਿਰ ਉਹਨਾਂ ਨੂੰ ਧਰਤੀ ਦੇ ਉੱਤੇ ਪ੍ਰਸਾਰਿਤ ਕੀਤਾ ਜਾਏਗਾ। ਆਪਣੀ ਖੋਜ ਦੇ ਦੌਰਾਨ ਇੱਕ ਅੰਡਾਕਾਰ ਮਾਰਗ ਦੇ ਵਿੱਚ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰੋਪਲਸ਼ਨ ਮੋਡਿਊਲ ਪੁਲਾੜ ਦੇ ਵਿੱਚ ਐਕਸੋਪਲੈਨਟਸ ਯਾਨੀ ਕਿ ਹੋਰ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿ ਦਾ ਵੀ ਅਧਿਐਨ ਕਰਨਗੇ। ਯਾਨੀ ਕਿ ਚੰਦਰਮਾ ਤੋਂ ਇਲਾਵਾ ਹੋਰ ਅਜਿਹੇ ਕਿਹੜੇ ਗ੍ਰਹਿ ਨੇ ਜਿੱਥੇ ਮਨੁੱਖੀ ਜੀਵਨ ਸੰਭਵ ਹੋ ਸਕਦਾ ਹੈ, ਜਾਂ ਉਹ ਕਿਸ ਤਰ੍ਹਾਂ ਦੇ ਗ੍ਰਹਿ ਨੇ, ਉਹਨਾਂ ਦੇ ਵਿੱਚ ਕੀ ਹੋ ਸਕਦਾ ਹੈ, ਇਸ ਦੀ ਖੋਜ ਵੀ ਇੱਥੇ ਕੀਤੀ ਜਾਏਗੀ। ਇਸਰੋ ਦੀ ਭਵਿੱਖਬਾਣੀ ਦੇ ਮੁਤਾਬਿਕ ਇਹ 3 ਤੋਂ 6 ਮਹੀਨਿਆਂ ਤੱਕ ਚੰਦਰਮਾ ਦੀ ਪਰਿਕਰਮਾ ਕਰੇਗਾ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰੋਪਲਸ਼ਨ ਮੋਡਿਊਲ ਦੇ ਵੱਲੋਂ ਇਕੱਠਾ ਕੀਤਾ ਸਾਰਾ ਡਾਟਾ ਧਰਤੀ ਵਰਗੇ ਰਹਿਣਯੋਗ ਢੁਕਵੇਂ ਐਕਸੋਪਲੈਨਟਸ ਦੀ ਪਹਿਚਾਣ ਕਰਨ 'ਚ ਵੀ ਮਦਦ ਕਰੇਗਾ। ਹੁਣ ਚੰਦਰਮਾ ਦੀ ਗੱਲ ਕਰੀਏ ਤਾਂ ਚੰਦਰਮਾ ਦੇ ਉੱਤੇ ਕੋਈ ਵੀ ਵਾਯੂਮੰਡਲ ਨਹੀਂ ਹੈ।
ਇਸ ਦੇ ਲਈ ਇਹ ਦਿਨ ਵੇਲੇ ਬਹੁਤ ਗਰਮ ਹੁੰਦਾ ਹੈ ਤੇ ਰਾਤ ਨੂੰ ਬਰਫੀਲਾ ਠੰਡਾ ਹੁੰਦਾ ਹੈ, ਜਿਸ ਲਈ ਇਸ ਦੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਵੀ ਲੈਂਡਰ ਦੇ ਵੱਲੋਂ ਕੀਤੀ ਜਾਣੀ ਹੈ। ਇਹ ਵੀ ਪਤਾ ਲਗਾਇਆ ਜਾਏਗਾ ਕਿ ਚੰਦਰਮਾ ਤੇ ਭੂਚਾਲ ਦਾ ਕੋਈ ਅਸਰ ਹੁੰਦਾ ਹੈ ਜਾਂ ਇਹ ਵੀ ਧਰਤੀ ਦੀ ਤਰ੍ਹਾਂ ਕੰਬਦਾ ਹੈ ਜਾਂ ਨਹੀਂ। ਹੁਣ ਆਸਾਨ ਸ਼ਬਦਾਂ 'ਚ ਕਹੀਏ ਤਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਦਰਮਾ ਤੇ ਮਨੁੱਖੀ ਜੀਵਨ ਸੰਭਵ ਹੈ ਜਾਂ ਕੀ ਮੁਸ਼ਕਲਾਂ ਤੇ ਦਿੱਕਤਾਂ ਆ ਸਕਦੀਆਂ ਨੇ ਤੇ ਹੋਰ ਚੰਦਰਮਾ ਤੇ ਕੀ ਕੁਝ ਕੀਤਾ ਜਾ ਸਕਦਾ ਹੈ। ਸੋ ਚੰਦਰਮਾ ਦੀ ਸਤ੍ਹਾ ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰਨ ਦੇ ਨਾਲ-ਨਾਲ ਤਾਪਮਾਨ ਤੇ ਪਾਣੀ ਦੀ ਉਪਲਬਧਤਾ ਬਾਰੇ ਵੀ ਜਾਣਿਆ ਜਾਵੇਗਾ। ਰੋਵਰ ਮੋਡਿਊਲ ਮਿੱਟੀ ਦੇ ਵਿੱਚ ਖੁਦਾਈ ਕਰਕੇ ਮਿੱਟੀ ਦੇ ਨਮੂਨੇ ਇਕੱਠੇ ਕਰੇਗਾ ਤੇ ਲੇਜ਼ਰ ਬੀਮ ਦੀ ਵਰਤੋਂ ਕਰਕੇ ਉਹਨਾਂ ਦਾ ਵਿਸ਼ਲੇਸ਼ਣ ਕਰੇਗਾ, ਯਾਨੀ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਚੰਦਰਮਾ ਦੀ ਮਿੱਟੀ ਦੇ ਵਿੱਚ ਕਿਹੜੇ-ਕਿਹੜੇ ਤੱਤ ਨੇ। ਚੰਦਰਯਾਨ 3 ਮਿਸ਼ਨ ਦਾ ਜੀਵਨ ਕਾਲ ਸਿਰਫ 14 ਧਰਤੀ ਦੇ ਦਿਨ ਹੀ ਨੇ, ਇਸ ਲਈ ਲੈਂਡਰ ਤੇ ਰੋਵਰ ਇਹ ਪ੍ਰਯੋਗ ਸਿਰਫ 14 ਦਿਨ ਲਈ ਹੀ ਕਰਨਗੇ। ਜਿਸ ਥਾਂ ਤੇ ਪੁਲਾੜ ਯਾਨ ਉਤਰਨ ਵਾਲਾ ਹੈ ਉੱਥੇ ਮਹੀਨੇ ਦੇ ਵਿੱਚ 14 ਦਿਨ ਤੇ 14 ਰਾਤਾਂ ਹੀ ਹੁੰਦੀਆਂ ਨੇ। ਇਸ ਲਈ ਇਸਰੋ ਨੇ ਦਿਨਾਂ ਦੀ ਗਣਨਾ ਕਰਕੇ ਉਪਗ੍ਰਹਿ ਨੂੰ ਇਸ ਤਰੀਕੇ ਦੇ ਨਾਲ ਭੇਜਿਆ ਹੈ ਕਿ ਇਹ ਪ੍ਰਯੋਗ ਕਰ ਸਕੇ ਅਤੇ ਉਹਨਾਂ 14 ਦਿਨਾਂ ਦੇ ਦੌਰਾਨ ਧਰਤੀ ਤੇ ਡੇਟਾ ਭੇਜੇ ਜਦੋਂ ਸੂਰਜ ਦੀ ਰੋਸ਼ਨੀ ਮੌਜੂਦ ਹੁੰਦੀ ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇੱਕ ਚੰਦਰ ਦਿਨ ਦੇ ਵਿੱਚ ਧਰਤੀ ਤੇ 28 ਦਿਨ ਲੱਗਦੇ ਨੇ, ਕਿਉਂਕਿ ਧਰਤੀ ਦੇ ਕੈਲੰਡਰ ਦੇ ਮੁਤਾਬਿਕ ਚੰਦਰਮਾ ਨੂੰ ਆਪਣੀ ਪਰਿਕਰਮਾ ਕਰਨ ਦੇ ਵਿੱਚ 28 ਦਿਨ ਲੱਗਦੇ ਨੇ। ਇੱਥੇ ਵੀ ਦੱਸ ਦਈਏ ਕਿ ਜਦੋਂ ਰਾਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਹੁੰਦੀ ਹੈ ਤਾਂ ਤਾਪਮਾਨ -120 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਪਹੁੰਚ ਜਾਂਦਾ ਹੈ। ਉਸ ਦੌਰਾਨ ਜਦੋਂ ਬਰਫੀਲੀ ਠੰਡ ਹੁੰਦੀ ਹੈ ਤੇ ਲੈਂਡਰ ਤੇ ਰੋਵਰ ਬਿਜਲੀ ਪੈਦਾ ਨਹੀਂ ਕਰ ਸਕਦੇ। ਸੋ ਪੁਲਾੜ ਯਾਨ ਪਹਿਲੇ 14 ਦਿਨਾਂ ਦੌਰਾਨ ਜੋ ਡੇਟਾ ਭੇਜੇਗਾ ਉਹ ਇਸਰੋ ਦੇ ਭਵਿੱਖ ਦੇ ਮਨੁੱਖੀ ਚੰਦ ਮਿਸ਼ਨਾਂ ਲਈ ਵੀ ਬਹੁਤ ਹੀ ਮਹੱਤਵਪੂਰਨ ਹੋਏਗਾ। ਹੁਣ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਪ੍ਰਯੋਗਾਂ ਤੋਂ ਮਿਲੇ ਡਾਟਾ ਦੀ ਮਦਦ ਦੇ ਨਾਲ ਚੰਦਰਮਾ ਤੇ ਇੱਕ ਲਾਂਚ ਪੈਡ ਵੀ ਬਣਾਇਆ ਜਾ ਸਕੇਗਾ, ਜਿਸ ਨਾਲ ਆਗਾਮੀ ਪੁਲਾੜ ਯਾਤਰਾਵਾਂ ਦੇ ਵਿੱਚ ਸਹਿਯੋਗ ਮਿਲੇਗਾ ਕਿ ਆਗਾਮੀ ਪੁਲਾੜ ਯਾਤਰਾਵਾਂ ਵਿੱਚ ਕਿਹੜੀਆਂ ਚੀਜ਼ਾਂ ਲਿਜਾਣ ਦੀ ਜ਼ਰੂਰਤ ਪਏਗੀ ਜਾਂ ਲਾਂਚ ਪੈਡ ਤੇ ਕਿਹੜੀਆਂ ਚੀਜ਼ਾਂ ਉਪਲਬਧ ਕੀਤੀਆਂ ਜਾ ਸਕਦੀਆਂ ਨੇ, ਜਿਸ ਨਾਲ ਪੁਲਾੜ ਯਾਤਰਾ ਹੋਰ ਆਸਾਨ ਹੋ ਸਕੇ। ਹੁਣ ਇਹ ਤਾਂ ਹੋ ਗਿਆ ਹੈ ਕਿ ਚੰਦਰਯਾਨ 3 ਕੰਮ ਕਿੱਦਾਂ ਕਰੇਗਾ, ਕਿਸ ਤਰ੍ਹਾਂ ਦੀ ਖੋਜ ਕਰੇਗਾ, ਪਰ ਹੁਣ ਇੱਥੇ ਇੰਤਜ਼ਾਰ ਹੋ ਰਿਹਾ ਹੈ ਤੇ ਸਿਰਫ ਇਸ ਦਾ ਕਿ ਕਦੋਂ ਤੱਕ ਉੱਥੋਂ ਤਸਵੀਰਾਂ ਸਾਹਮਣੇ ਆਉਣਗੀਆਂ ਤੇ ਇਹ ਪਤਾ ਲੱਗੇਗਾ ਕਿ ਉੱਥੇ ਹੁਣ ਕਾਰਵਾਈ ਸ਼ੁਰੂ ਹੋ ਚੁੱਕੀ ਹੈ, ਯਾਨੀ ਕਿ ਅਧਿਐਨ ਦਾ ਪਹਿਲਾ ਪੜਾਅ ਸ਼ੁਰੂ ਹੋ ਚੁੱਕਾ ਹੈ। ਇਸ ਦੇ ਲਈ ਸਾਰਿਆਂ ਦੀਆਂ ਨਜ਼ਰਾਂ ਹੀ ਇਸਰੋ ਤੇ ਟਿਕੀਆਂ ਹੋਈਆਂ ਹੈ ਕਿ ਕਦੋਂ ਉਹਨਾਂ ਦੇ ਵੱਲੋਂ ਕੋਈ ਅਨਾਉਂਸਮੈਂਟ ਕੀਤੀ ਜਾਂਦੀ ਹੈ ਜਾਂ ਚੰਦਰਮਾ ਤੋਂ ਕੀ ਸਾਹਮਣੇ ਆਉਂਦਾ ਹੈ।